ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 10ਵਾਂ ਭਾਗ ਸਤੀ ਹੋਣ ਦੀ ਰਸਮ ਅਤੇ ਗੁਰਮਤ। 11ਵਾਂ ਭਾਗ ਵਿਚੋਲਾ ਵੀ ਬ੍ਰਾਹਮਣ ਹੀ ਅਤੇ 12ਵਾਂ ਭਾਗ ਦਾਨ ਪ੍ਰਥਾ ਤੇ ਕੰਨਿਆ ਦਾਨ ਭਰਮ ਦੇ ਹੋਰ ਕਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤੀ ਹੋਣ ਦੀ ਰਸਮ ਅਤੇ ਗੁਰਮਤ। ਸਵਾਏ ਗੁਰੂ ਨਾਨਕ ਸਾਹਿਬ ਜੀ ਦੇ ਕਿਸੇ ਵੀ ਦੇਵੀ ਦੇਵਤੇ, ਅਵਤਾਰ ਜਾਂ ਮਹਾਂਪੁਰਖ ਨੇ ਰੋਂਦੀ ਕਰਲਾਉਂਦੀ ਦੁਖਿਆਰੀ ਇਸਤਰੀ ਦੇ ਸਿਰ 'ਤੇ ਮਿਹਰ ਦਾ ਹੱਥ ਨਾ ਰੱਖਿਆ। ਗੁਰਦੇਵ ਜੀ ਇਸਤਰੀ ਦੀ ਮਹਾਨਤਾ ਵੱਲ ਝਾਤੀ ਮਰਵਾਉਂਦੇ ਹੋਏ ਵਡਮੁੱਲਾ ਉਪਦੇਸ਼ ਫੁਰਮਾਨ ਕਰਦੇ ਹਨ। ਭੰਡ ਜੰਮੀਐ ਭੰਡ ਨਿਮੀਐ, ਭੰਡ ਮੰਗਣ ਵਿਆਹ, ਭੰਡੋ ਹੋਵੈ ਦੋਸਤੀ, ਭੰਡੋਂ ਚੱਲੈ ਰਾਹ, ਭੰਡ ਮੋਆ ਭੰਡ ਭਾਲੀਐ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ। ਭੰਡੋਂ ਹੀ ਭੰਡ ਉਪਜੈ, ਭੰਡੇ ਬਾਝ ਨਾ ਕੋਏ, ਨਾਨਕ ਭੰਡੈ ਬਾਹਰਾ, ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਐ, ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਪੰਨਾ 473। ਅਰਥ ਭੰਡ ਭਾਵ ਇਸਤਰੀ ਤੋਂ ਜਨਮ ਲਈਦਾ ਹੈ। ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤਰੀ ਨਾਲ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤਰੀ ਦੇ ਰਾਹੀਂ ਹੀ ਹੋਰ ਲੋਕਾਂ ਨਾਲ ਸੰਬੰਧ ਬਣਦਾ ਹੈ ਤੇ ਇਸਤਰੀ ਤੋਂ ਹੀ ਜਗਤ ਦੀ ਉਤਪਤੀ ਰਸਤਾ ਚੱਲਦਾ ਹੈ। ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਦੀ ਹੈ। ਇਸਤਰੀ ਨਾਲ ਹੀ ਹੋਰਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤਰੀ ਜਾਤੀ ਤੋਂ ਰਾਜੇ, ਸੰਤ, ਮਹਾਤਮਾ, ਲੀਡਰ, ਸੁਧਾਰਕ, ਇੱਥੋਂ ਤਾਈਂ ਕਿ ਬ੍ਰਾਹਮਣ ਦਾ ਆਪਣਾ ਪਰਮੇਸ਼ਵਰ ਰਾਮ ਅਤੇ ਵਿਧਾਤਾ ਕ੍ਰਿਸ਼ਨ ਆਦਿ ਅਵਤਾਰ ਵੀ ਜਨਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ। ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ। ਜਗਤ ਵਿੱਚ ਕੋਈ ਜੀਵ ਇਸਤਰੀ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ। ਹੇ ਨਾਨਕ, ਕੇਵਲ ਇੱਕ ਸੱਚਾ ਪ੍ਰਭੂ ਹੀ ਹੈ ਜੋ ਇਸਤਰੀ ਤੋਂ ਨਹੀਂ ਜੰਮਿਆ। ਬ੍ਰਾਹਮਣ ਨੇ ਇਸਤਰੀ ਅਤੇ ਸ਼ੂਦਰ ਤੇ ਪ੍ਰਮਾਤਮਾ ਦੀ ਭਗਤੀ ਕਰਨ ਤੇ ਅਥਵਾ ਵੇਦਕ ਰੀਤੀ ਵਾਲੇ ਹੋਰ ਕਈ ਧਰਮ ਕਰਮ ਕਰਨ 'ਤੇ ਪਾਬੰਦੀ ਲਾਈ ਹੋਈ ਸੀ। ਪਰ ਸਤਿਗੁਰਾਂ ਦਾ ਫਰਮਾਨ ਹੈ ਕਿ ਭਾਵੇਂ ਮਨੁੱਖ ਹੋਵੇ ਤੇ ਭਾਵੇਂ ਇਸਤਰੀ, ਜੋ ਵੀ ਪ੍ਰਭੂ ਦੇ ਗੁਣ ਗਾਉਂਦਾ ਹੈ, ਪ੍ਰਭੂ ਦੀਆਂ ਵਡਿਆਈਆਂ ਦਾ ਵਿਚਾਰ ਕਰਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ। ਭਾਵ ਉਸ ਦਾ ਹੀ ਮੱਥਾ ਕਰਮਾਂ ਵਾਲਾ ਹੈ। ਉਹੀ ਮਨੁੱਖ ਸੱਚੇ ਪ੍ਰਭੂ ਦੇ ਸੱਚੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ, ਭਾਵ ਸ਼ੋਭਦੇ ਹਨ, ਸ਼ੋਭਾ ਖੱਟਦੇ ਹਨ। ਸਤੀ ਕੀਤੇ ਜਾਣ ਲਈ ਜਿਹੜਾ ਲੋਕਾਂ ਦੇ ਅੰਦਰ ਭੁਲੇਖਾ ਪਾਇਆ ਹੋਇਆ ਸੀ, ਸਤਿਗੁਰਾਂ ਨੇ ਉਸ ਦੀ ਭਰਪੂਰ ਵਿਰੋਧਤਾ ਕੀਤੀ। ਇਸਤਰੀ ਨੂੰ ਮਨੁੱਖ ਦੇ ਬਰਾਬਰ ਦੇ ਸਾਰੇ ਹੱਕ ਦੇ ਕੇ ਉਸ ਨੂੰ ਮਨੁੱਖ ਵਾਂਗ ਹੀ ਸਮਾਜ ਦੀ ਸੇਵਾ ਕਰਦਿਆਂ ਪੂਰੀ ਸੁਤੰਤਰਤਾ ਨਾਲ ਮਾਣ ਸਤਿਕਾਰ ਵਾਲੀ ਜ਼ਿੰਦਗੀ ਗੁਜ਼ਾਰਨ ਦਾ ਉਤਸ਼ਾਹ ਦਿੱਤਾ। ਸਾਰੇ ਧਰਮ ਕਰਮ ਕਰਨ ਵਿੱਚ ਵੀ ਮਨੁੱਖ ਦੇ ਬਰਾਬਰ ਦਾ ਹੱਕ ਦੇ ਕੇ ਹਜ਼ਾਰਾਂ ਸਾਲ ਪੁਰਾਣੇ ਬ੍ਰਾਹਮਣੀ ਵਿਧਾਨ ਦੀਆਂ ਧੱਜੀਆਂ ਉਡਾਈਆਂ। ਫਿਰ ਆਪਣੇ ਤੀਸਰੇ ਸਰੂਪ ਵਿੱਚ ਹਿੰਦ ਦੇ ਸਮਰਾਟ ਸ਼ਹਿਨਸ਼ਾਹ ਅਕਬਰ ਕੋਲੋਂ ਸਤੀ ਰਸਮ ਦੇ ਵਿਰੁੱਧ ਕਾਨੂੰਨ ਪਾਸ ਕਰਾਉਣ ਦੀ ਪਹਿਲ ਕੀਤੀ। ਸੰਸਾਰ ਵਿੱਚ ਕੇਵਲ ਪਰਮਾਤਮਾ ਹੀ ਪੁਰਖ ਦੱਸ ਕੇ ਪ੍ਰਭੂ ਦੇ ਦਰਬਾਰ ਵਿੱਚ ਮਨੁੱਖ ਨੂੰ ਇਸਤਰੀ ਦੇ ਬਰਾਬਰ ਖੜਾ ਕਰਕੇ ਫਰਮਾਨ ਕੀਤਾ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਪੰਨਾ 591 ਅਤੇ 92। ਮਨੁੱਖ ਦੇ ਪਿਆਰ ਨਾਲੋਂ ਇਸਤਰੀ ਦੇ ਪਿਆਰ ਨੂੰ ਸ੍ਰੇਸ਼ਟ ਮੰਨਦਿਆਂ ਸਾਰੇ ਜੀਆਂ ਨੂੰ ਕਥਿਤ ਦੇਵਤੇ ਅਥਵਾ ਹੰਕਾਰੀ ਬ੍ਰਾਹਮਣ ਸਮੇਤ ਪ੍ਰਭੂ ਪਤੀ ਦੀਆਂ ਇਸਤਰੀਆਂ ਕਹਿ ਕੇ ਇਸਤਰੀ ਜਾਤੀ ਦੇ ਮਾਣ ਸਤਿਕਾਰ ਨੂੰ ਅਸਮਾਨੀ ਪਹੁੰਚਾ ਦਿੱਤਾ। ਬ੍ਰਾਹਮਣ ਨੂੰ ਸਮਝਾਇਆ ਕਿ ਤੂੰ ਜਿਸ ਨੂੰ ਸਤੀ ਕਹਿੰਦਾ ਹੈ, ਉਹ ਨਿਰਦੋਸ਼ ਨੂੰ ਕਤਲ ਕਰਨ ਦਾ ਘਿਣਾਵਣਾ ਅਪਰਾਧ ਹੈ। ਪਤੀ ਦੀ ਲਾਸ਼ ਨਾਲ ਸਤੀ ਹੋਣ ਨੂੰ ਗੁਰਦੇਵ ਜੀ ਨੇ ਸਤੀ ਹੋਣਾ ਨਾ ਮੰਨਿਆ ਅਤੇ ਅਸਲੀ ਸਤੀ ਦੇ ਗੁਣ ਸਮਝਾਉਂਦਿਆਂ ਫੁਰਮਾਨ ਕੀਤਾ। ਸ਼ਲੋਕ ਮਹੱਲਾ ਤੀਜਾ। ਸਤੀਆਂ ਇਹ ਨਾ ਆਖੀਆਂ, ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਐ, ਜੇ ਬਿਰਹੈ ਚੋਟ ਮਰਨ। ਮਹੱਲਾ ਤੀਜਾ। ਭੀ ਸੋ ਸਤੀਆਂ ਜਾਣੀਆਂ, ਸੀਲ ਸੰਤੋਖ ਰਹਨ,
ਸੇਵਨ ਸਾਈ ਆਪਣਾ ਨਿਤ ਉਠ ਸੰਭਾਲਨ। ਪੰਨਾ 787। ਅਰਥ, ਉਹ ਇਸਤਰੀਆਂ ਸਤੀ ਹੋ ਗਈਆਂ ਨਹੀਂ ਆਖੀਆਂ ਜਾ ਸਕਦੀਆਂ ਜੋ ਪਤੀ ਦੀ ਲੋਥ ਨਾਲ ਸੜ ਮਰਦੀਆਂ ਹਨ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜੋ ਪਤੀ ਦੀ ਮੌਤ ਤੇ ਵਿਛੋੜੇ ਦੀ ਸੱਟ ਨਾਲ ਮਰ ਜਾਣ, ਉਹਨਾਂ ਨੂੰ ਸਤੀ ਹੋ ਗਈਆਂ ਸਮਝਣਾ ਚਾਹੀਦਾ ਹੈ। ਉਹਨਾਂ ਜਨਾਨੀਆਂ ਨੂੰ ਵੀ ਸਤੀਆਂ ਹੀ ਸਮਝਣਾ ਚਾਹੀਦਾ ਹੈ ਜੋ ਪਤੀ ਬ੍ਰਤ ਧਰਮ ਵਿੱਚ ਰਹਿੰਦੀਆਂ ਹਨ, ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ। ਕਬੀਰ ਸਾਹਿਬ ਜੀ ਪੰਡਤ ਨੂੰ ਸੰਬੋਧਨ ਕਰਕੇ ਫਰਮਾਉਂਦੇ ਹਨ, ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੇ ਵਿਚਾਰ। ਪੰਨਾ 328। ਅਰਥ, ਹੇ ਪੰਡਤ, ਮਨ ਵਿੱਚ ਵਿਚਾਰ ਕਰਕੇ ਵੇਖ, ਭਲਾ ਸਤ ਧਰਮ ਤੋਂ ਬਿਨਾਂ ਕੋਈ ਇਸਤਰੀ ਸਤੀ ਕਿਵੇਂ ਬਣ ਸਕਦੀ ਹੈ। ਗੁਰੂ ਅਮਰਦਾਸ ਜੀ ਪਿਆਰ ਅਤੇ ਵਫਾਦਾਰੀ ਵਾਲੇ ਗ੍ਰਸਥ ਜੀਵਨ ਦਾ ਉਪਦੇਸ਼ ਦਿੰਦੇ ਹੋਏ ਨੇਕ ਅਤੇ ਦੁੱਖ ਸੁੱਖ ਦੀ ਭਾਈਵਾਲ, ਸੀਲ ਸੰਤੋਖ ਵਾਲੀ ਅਤੇ ਪ੍ਰਭੂ ਨੂੰ ਸਦਾ ਯਾਦ ਰੱਖਣ ਵਾਲੀ ਇਸਤਰੀ ਨੂੰ ਹੀ ਸਤੀ ਮੰਨਦੇ ਹਨ। ਭਾਵ ਪਤੀ ਦੀ ਲੋਥ ਨਾਲ ਸੜ ਕੇ ਮਰਨ ਨੂੰ ਬੜਾ ਵੱਡਾ ਪੁੰਨ ਅਤੇ ਬੜਾ ਫਲ ਆਦਿਕ ਕਰਮ ਸਮਝਣ ਦੇ ਭਰਮ ਦੀ ਖੰਡਨਾ ਕਰਦੇ ਹਨ। ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਹੇ, ਜੇ ਜਾਣੇ ਫਿਰ ਆਪਣਾ ਤਾਂ ਤਨ ਦੁੱਖ ਸਹਾਏ। ਨਾਨਕ ਅੰਤ ਨਾ ਜਾਣਨੀ, ਸੇ ਕਿਉਂ ਅੱਗ ਜਲਾਹੇ, ਭਾਵੇਂ ਜੀਵੋਂ ਕੈ ਮਰੋਂ, ਦੂਰੋਂ ਹੀ ਭੱਜ ਜਾਹੇ। ਪੰਨਾ 787। ਅਰਥ, ਸਤੀ ਇਸਤਰੀਆਂ ਆਪਣੇ ਖਸਮ ਦੇ ਜਿਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਪਤੀ ਨੂੰ ਆਪਣਾ ਸਮਝਦੀਆਂ ਹਨ, ਤਾਈਓ ਸਰੀਰ ਦੇ ਦੁੱਖ ਸਹਾਰਦੀਆਂ ਹਨ। ਪਰ ਜਿਨ੍ਹਾਂ ਨੇ ਖਸਮ ਨੂੰ ਖਸਮ ਨਾ ਜਾਤਾ, ਉਹ ਕਿਉਂ ਦੁੱਖ ਸਹਿਣ। ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ, ਉਹ ਔਖ ਵੇਲੇ ਨੇੜੇ ਨਹੀਂ ਟੁਕਦੀਆਂ। ਕਲਯੁਗ ਮੈਂ ਮਿਲ ਆਏ ਸੰਜੋਗ, ਜਿਚਰ ਆਗਿਆ ਤਿਚਰ ਭੋਗੈ ਭੋਗ, ਜਲੇ ਨਾ ਪਾਈਐ ਰਾਮ ਸਨੇਹੀ, ਕਿਰਤ ਸੰਜੋਗ ਸਤੀ ਉਠ ਹੋਈ ਰਹਾਓ। ਦੇਖਾ ਦੇਖੀ ਮਨ ਹੱਠ ਜਲ ਜਾਈਐ, ਪ੍ਰੇ ਸੰਗ ਨਾ ਪਾਵੈ ਬਹੁ ਜੋਨ ਪਵਾਈਐ। ਸੀਲ ਸੰਜਮ ਪ੍ਰੇ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨਾ ਜਮਾਨੈ। ਕਹੋ ਨਾਨਕ ਜਿਨ ਪਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਾ ਪਰਵਾਨਿਆ। ਪੰਨਾ 185। ਅਰਥ, ਆਪਣੇ ਪਤੀ ਨਾਲ ਦੁਬਾਰਾ ਮਿਲਾਪ ਹੋ ਜਾਣ ਦੀ ਖਾਤਰ ਇਸਤਰੀ ਉੱਠ ਕੇ ਸਤੀ ਹੋ ਜਾਂਦੀ ਹੈ, ਪਤੀ ਦੀ ਚਿਤਾ ਵਿੱਚ ਸੜ ਮਰਦੀ ਹੈ, ਪਰ ਅੱਗ ਵਿੱਚ ਸੜਨ ਨਾਲ ਪਿਆਰਾ ਪਤੀ ਨਹੀਂ ਮਿਲ ਸਕਦਾ। ਰਹਾਓ, ਇਸ ਕਲੇਸ਼ਾਂ ਵਿਹੇੜੀ ਦੁਨੀਆ ਵਿੱਚ ਇਸਤਰੀ ਤੇ ਪਤੀ ਪਿਛਲੇ ਸਬੰਧਾਂ ਦੇ ਕਾਰਨ ਮਿਲ ਕੇ ਇਕੱਠੇ ਹੁੰਦੇ ਹਨ। ਜਿਤਨਾ ਚਿਰ ਪਰਮਾਤਮਾ ਵੱਲੋਂ ਹੁਕਮ ਮਿਲਦਾ ਹੈ, ਉਤਨਾ ਚਿਰ ਦੋਵੇਂ ਮਿਲ ਕੇ ਜਗਤ ਦੇ ਪਦਾਰਥ ਮਾਣਦੇ ਹਨ। ਇੱਕ ਦੂਜੇ ਨੂੰ ਵੇਖ ਕੇ ਮਨ ਦੇ ਹੱਠ ਨਾਲ ਹੀ ਸੜ ਜਾਈਦਾ ਹੈ, ਪਰ ਮਰੇ ਪਤੀ ਦੀ ਚਿਖਾ ਵਿੱਚ ਸੜ ਕੇ ਪਿਆਰੇ ਦਾ ਸਾਥ ਨਹੀਂ ਪ੍ਰਾਪਤ ਹੁੰਦਾ। ਇਸ ਤਰ੍ਹਾਂ ਸਗੋਂ ਕਈ ਜੂਨਾਂ ਵਿੱਚ ਹੀ ਭਟਕੀਦਾ ਹੈ। ਜਿਹੜੀ ਇਸਤਰੀ ਮਿੱਠੇ ਸੁਭਾਅ ਦੀ ਜੁਗਤ ਵਿੱਚ ਰਹਿ ਕੇ ਆਪਣੇ ਪਿਆਰੇ ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ, ਉਸ ਇਸਤਰੀ ਨੂੰ ਜਮਾਂ ਦਾ ਦੁੱਖ ਨਹੀਂ ਪਹੁੰਚ ਸਕਦਾ। ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਜਿਸ ਇਸਤਰੀ ਨੇ ਆਪਣੇ ਪਤੀ ਨੂੰ ਹੀ ਇੱਕ ਖਸਮ ਕਰਕੇ ਸਮਝਿਆ ਹੈ, ਭਾਵ ਸਿਰਫ ਆਪਣੇ ਪਤੀ ਵਿੱਚ ਹੀ ਪਤੀ ਭਾਵਨਾ ਰੱਖੀ ਹੈ, ਜਿਵੇਂ ਭਗਤ ਦਾ ਪਤੀ ਇੱਕ ਪਰਮਾਤਮਾ ਹੈ, ਉਹ ਇਸਤਰੀ ਅਸਲੀ ਸਤੀ ਹੈ, ਉਹ ਭਾਗਾਂ ਵਾਲੀ ਹੈ, ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੈ। ਪੁਰਾਣਕ ਧਰਮ ਗ੍ਰੰਥਾਂ ਦੁਆਰਾ ਪਾਏ ਗਏ ਜਿਨ੍ਹਾਂ ਭੁਲੇਖਿਆਂ ਦਾ ਗੁਰਦੇਵ ਜੀ ਨੇ ਖੰਡਨ ਕੀਤਾ ਹੈ, ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਨੰਬਰ 1, ਪਤੀ ਦੀ ਲੋਸ ਨਾਲ ਸੜ ਮਰਨਾ ਕੋਈ ਅਜਿਹਾ ਪੁੰਨ ਕਰਮ ਨਹੀਂ ਹੈ ਜਿਸ ਕਾਰਨ ਪਿਛਲੀਆਂ ਕੁੱਲਾਂ ਪਵਿੱਤਰ ਹੋ ਜਾਂਦੀਆਂ ਹੋਣ, ਅਤੇ ਨਾ ਹੀ ਅਜਿਹਾ ਕਰਮ ਕਰਨ ਵਾਲੀ ਇਸਤਰੀ ਨੂੰ ਸਤੀ ਹੋਏ ਮੰਨਿਆ ਜਾ ਸਕਦਾ ਹੈ। ਨੰਬਰ 2, ਕਥਿਤ ਢੰਗ ਨਾਲ ਅੱਗ ਵਿੱਚ ਸੜ ਕੇ ਮਰਨ ਵਾਲੀ ਇਸਤਰੀ ਨੂੰ ਮੁੜ ਉਸ ਦਾ ਪਤੀ ਮਿਲ ਜਾਣ ਦੇ ਭਰਮ ਦਾ ਖੰਡਨ ਵੀ ਕੀਤਾ ਹੈ। ਸਤੀ ਹੋਈ ਇਸਤਰੀ ਆਪਣੇ ਪਤੀ ਕੋਲ ਪਤੀ ਦੇ ਸਰੀਰ ਦੇ ਰੋਮਾਂ ਜਿਤਨੇ ਸਾਲ ਸੁਰਗਾਂ ਵਿੱਚ ਰਹਿਣ ਵਾਲਾ ਭਰਮ ਆਪਣੇ ਆਪ ਖੰਡਨ ਹੋ ਜਾਂਦਾ ਹੈ। ਨੰਬਰ 3, ਅਜਿਹੀ ਇਸਤਰੀ ਨੂੰ ਨਾ ਹੀ ਕੋਈ ਸੁਰਗ ਮਿਲਦਾ ਹੈ ਅਤੇ ਨਾ ਹੀ ਫਿਰ ਉਸ ਨੂੰ ਕਿਸੇ ਉੱਚੀ ਕੁਲ ਵਿੱਚ ਜਨਮ ਮਿਲਦਾ ਹੈ, ਸਗੋਂ ਅਜਿਹੇ ਭਰਮ ਅਧੀਨ
ਪਤੀ ਦੀ ਲੋਥ ਨਾਲ ਸੜ ਕੇ ਮਰੀ ਹੋਈ ਇਸਤਰੀ ਕਈ ਪ੍ਰਕਾਰ ਦੀਆਂ ਜੂਨਾਂ ਵਿੱਚ ਖੱਜਲ ਹੁੰਦੀ ਫੁਰਮਾਨ ਕੀਤੀ ਹੈ। ਗੁਰਦੇਵ ਜੀ ਨੇ ਬ੍ਰਾਹਮਣ ਦੇ ਇੰਦਰਜਾਲ ਦੀਆਂ ਤੰਦਾਂ ਖੇਰੂ ਖੇਰੂ ਕਰਕੇ ਦੁਰਲੱਭ ਮਨੁੱਖਾ ਜਨਮ ਨੂੰ ਸੁਖਾਵੇਂ ਅਤੇ ਠੀਕ ਢੰਗ ਨਾਲ ਵਰਤਣ ਦਾ ਉਪਦੇਸ਼ ਦਿੰਦਿਆਂ ਫੁਰਮਾਨ ਕੀਤਾ ਹੈ ਕਿ ਉੱਚਾ ਆਚਰਨ ਅਤੇ ਸੀਲ ਸੰਤੋਖ ਵਾਲਾ ਅਤੇ ਸੁੱਚੇ ਪਿਆਰ ਵਾਲਾ ਸੁਭਾਅ, ਸਹਿਣਸ਼ੀਲਤਾ ਅਤੇ ਨਿਸ਼ਕਪਟਤਾ ਨਾਲ ਪ੍ਰਭੂ ਪਤੀ ਦੇ ਹੁਕਮ ਵਿੱਚ ਵਿਚਰਨਾ ਸੁਖੀ ਜੀਵਨ ਦਾ ਮੂਲ ਹੈ। ਅਜਿਹੀ ਇਸਤਰੀ ਦੁਨਿਆਵੀ ਪਤੀ ਦੀਆਂ ਨਜ਼ਰਾਂ ਵਿੱਚ ਸਤੀ ਹੈ ਅਤੇ ਇਸੇ ਆਚਰਨ ਵਾਲੀ ਹੀ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਸਤੀ ਮੰਨ ਕੇ ਆਪਣੇ ਦਰਬਾਰ ਵਿੱਚ ਮਾਣ ਬਖਸ਼ਣਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਸਤੀ ਰਸਮ ਦਾ ਭਰਪੂਰ ਖੰਡਨ ਕਰਕੇ ਖੁੱਲ੍ਹਾ ਪ੍ਰਚਾਰ ਕਰ ਸਕਣ ਦੀ ਦਲੇਰੀ ਨਹੀਂ ਸੀ ਹੋ ਸਕੀ। ਇਸਤਰੀ ਜਾਤੀ ਬਾਰੇ ਸਤਿਗੁਰ ਦੇ ਉਪਕਾਰ ਦੀ ਗੱਲ ਕਰਕੇ ਜਦੋਂ ਸਰਬੱਤ ਨਾਲ ਸਾਂਝੇ ਪਿਆਰ ਵਾਲੇ ਗੁਰਮਤਿ ਸਿਧਾਂਤ ਦੀ ਗੱਲ ਕਰੀਏ ਤਾਂ ਉਹਨਾਂ ਵਿਦਵਾਨਾਂ ਗੁਰਸਿੱਖਾਂ ਦਾ ਚੇਤਾ ਆਉਣੋਂ ਨਹੀਂ ਰਹਿੰਦਾ ਜਿਹੜੇ ਇਹ ਸਿੱਧ ਕਰਨ ਲਈ ਪੁਸਤਕਾਂ ਲਿਖ ਰਹੇ ਹਨ ਕਿ ਦਸਮ ਗ੍ਰੰਥ ਦਸਮ ਗੁਰੂ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਲਾਹੇਵੰਦ ਬਾਣੀ ਹੈ। ਦਸਮ ਗ੍ਰੰਥ ਦੇ ਅਖੰਡ ਪਾਠ ਕਰਨ ਦੀਆਂ ਵਿਧੀਆਂ ਅਤੇ ਫਲਾਂ ਨੂੰ ਗੁਰਮਤਿ ਰਹਿਤ ਮਰਜ਼ਾਦਾ ਦੱਸ ਰਹੇ ਹਨ। ਸੋ ਇਸਤਰੀ ਜਾਤੀ ਬਾਰੇ ਦਸਮ ਗ੍ਰੰਥ ਵਿਚਲੀਆਂ ਲਿਖਤਾਂ ਦਾ ਜ਼ਿਕਰ ਨਾ ਕਰਨਾ ਪਾਠਕਾਂ ਪ੍ਰਤੀ ਇਮਾਨਦਾਰੀ ਨਹੀਂ ਹੋਵੇਗੀ। ਸੋ ਕਿਉਂ ਮੰਦਾ ਆਖੀਏ ਫੁਰਮਾਨ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਸਰੂਪ ਬਾਰੇ ਇਹ ਲਿਖਿਆ ਜਾ ਰਿਹਾ ਹੈ ਕਿ ਅਬ ਪਖਿਆਨ ਚਰਿੱਤਰ ਬਾਣੀ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਲਿਖੀ ਸੀ। ਭਾਵੇਂ ਇਹ ਸਾਰੀ ਦੀ ਸਾਰੀ ਕਾਵ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ 'ਤੇ ਪੂਰੀ ਨਹੀਂ ਉਤਰਦੀ, ਪਰ ਕਿਉਂਕਿ ਇਸ ਵਿਚਲੇ 404ਵੇਂ ਚਰਿੱਤਰ ਦੀ 377ਵੀਂ ਚੌਪਈ ਤੋਂ ਅੱਗੇ ਅੰਤਲੀਆਂ ਕੁਝ ਚੌਪਈਆਂ ਛੱਡ ਭਾਵ 405 ਤੱਕ ਨਹੀਂ 401 ਚੌਪਈ ਤੱਕ ਨਿਤਨੇਮ ਦੀ ਬਾਣੀ ਬਣਾ ਦਿੱਤੀ ਹੋਈ ਹੈ ਅਤੇ ਇਹ ਬਾਣੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਿਆਰੀ ਸਮੇਂ ਵੀ ਪੜ੍ਹੀ ਜਾਣ ਦਾ ਪੰਥਕ ਹੁਕਮ ਹੈ। ਇਸ ਲਈ ਤ੍ਰਿਆ ਚਰਿੱਤਰ ਸਮੁੱਚੀ ਬਾਣੀ ਹੀ ਗੁਰਬਾਣੀ ਬਣ ਚੁੱਕੀ ਮੰਨੀ ਜਾਂਦੀ ਹੈ। ਇਹ ਕਹਿਣਾ ਠੀਕ ਨਹੀਂ ਹੈ ਕਿ ਉਸ ਬਾਣੀ ਵਿੱਚ ਕੇਵਲ ਆਚਰਣਹੀਣ ਕੁਟਲ ਵੇਸਵਾ ਇਸਤਰੀ ਦੀਆਂ ਕੁਟਲ ਅਤੇ ਲੰਪਟੀ ਚਾਲਾਂ ਤੋਂ ਗੁਰਸਿੱਖਾਂ ਨੂੰ ਸੁਚੇਤ ਕੀਤਾ ਹੋਇਆ ਹੈ। ਉਸ ਬਾਣੀ ਵਿੱਚੋਂ ਜਿਹੜੀ ਰਾਏ ਸਮੁੱਚੀ ਇਸਤਰੀ ਜਾਤੀ ਬਾਰੇ ਹੈ ਉਸ ਵਿੱਚੋਂ ਵੰਨਗੀ ਮਾਤਰ ਲਿਖਤ ਇਸ ਪ੍ਰਕਾਰ ਹੈ। ਬ੍ਰਹਮ ਵਿਸ਼ਨ ਸੁਰ ਅਸੁਰ ਸਭ ਰੈਨਾ ਤਿਪ ਦਿਨ ਰਾਏ ਵੇਦ ਬਿਆਸ ਅਰ ਵੇਦ ਤ੍ਰੇ ਭੇਦ ਸਕੇ ਨਹਿ ਪਾਏ। ਚਰਿੱਤਰ 124 ਜੋ ਤ੍ਰੇ ਚਰਿਤ ਚਹੇ ਸੋ ਬਨਾਵੇ ਦੇਵ ਅਦੇਵ ਭੇਦ ਨਹਿ ਪਾਵੇ। ਚਰਿੱਤਰ 129 ਫਰਮਾਨ ਹੋ ਰਿਹਾ ਹੈ ਕਿ ਇਸਤਰੀ ਦਾ ਭੇਤ ਮਨੁੱਖਾਂ ਨੇ ਕੀ ਪਾਉਣਾ ਸੀ, ਇਸ ਦਾ ਭੇਤ ਤਾਂ ਦੇਵਤੇ ਦੈਂਤ ਆਦਿ ਕੋਈ ਵੀ ਨਹੀਂ ਪਾ ਸਕਿਆ। ਇੱਥੇ ਹੀ ਬਸ ਨਹੀਂ ਸਗੋਂ ਸਮੁੱਚੀ ਇਸਤਰੀ ਜਾਤੀ ਬਾਰੇ ਦਸਮ ਗ੍ਰੰਥ ਦਾ ਫਰਮਾਨ ਇਹ ਵੀ ਹੈ ਚੌਪਈ ਤ੍ਰਿਆ ਚਰਿੱਤਰ ਕਿਨਹੂ ਨਹਿ ਜਾਣਾ ਬਿਦ ਨਾ ਸਿਰਜ ਬਹੁਰ ਪਛੁਤਾਨਾ ਸ਼ਿਵ ਕਰ ਤਜ ਕੰਨ ਨੇ ਸਧਾਇਓ ਤਉ ਤੁਰਨ ਕੋ ਅੰਤ ਨਾ ਪਾਇਓ। ਪਦ ਅਰਥ ਕੰਨ ਬਨ ਜੰਗਲ ਤੁਰਨ ਇਸਤਰੀਆਂ ਦਾ ਭਾਵ ਇਸਤਰੀਆਂ ਦੇ ਕਾਰਿਆਂ ਦਾ ਭੇਦ ਕਿਸੇ ਨੇ ਨਹੀਂ ਪਾਇਆ। ਇਸਤਰੀਆਂ ਨੂੰ ਬਣਾ ਕੇ ਤਾਂ ਸਿਰਜਣਹਾਰ ਵੀ ਪਛਤਾ ਰਿਹਾ ਹੈ। ਸ਼ਿਵ ਜੀ ਵਰਗੇ ਮਹਾਨ ਦੇਵਤੇ ਵੀ ਇਸਤਰੀ ਦੇ ਚਰਿੱਤਰਾਂ ਤੋਂ ਦੁਖੀ ਹੋ ਕੇ ਬਨਵਾਸ ਨੂੰ ਤੁਰ ਗਏ ਸਨ। ਉਪਰੋਕਤ ਸਮੁੱਚੀ ਇਸਤਰੀ ਜਾਤੀ ਦੇ ਜ਼ਿਕਰ ਸਮੇਂ ਮਾਤਾ ਤ੍ਰਿਪਤਾ ਜੀ, ਮਾਤਾ ਗੁਜਰੀ ਜੀ, ਮਾਤਾ ਗੰਗਾ ਜੀ, ਮਾਤਾ ਸੁੰਦਰੀ ਜੀ ਉਹ ਸ਼ਹੀਦ ਸਿੰਘਣੀਆਂ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਟੋਟੇ ਆਪਣੇ ਗਲਾਂ ਵਿੱਚ ਪਵਾਏ ਪਰ ਸਿੱਖੀ ਸਿਦਕ ਅਥਵਾ ਧਰਮ ਨਹੀਂ ਸੀ ਆ ਰਿਹਾ, ਇਹ ਸਾਰੀਆਂ ਪਰ ਸਤਿਕਾਰਯੋਗ ਮਾਤਾਵਾਂ ਨੂੰ ਭੈਣਾਂ ਅਤੇ ਧੀਆਂ ਵੀ ਉਪਰੋਕਤ ਕਥਿਤ ਗੁਰਬਾਣੀ ਵਿੱਚ ਗਿਣੀਆਂ ਜਾਣ ਤੋਂ ਕਿਵੇਂ ਬਚ ਸਕਦੀਆਂ ਹਨ। ਇਹਨਾਂ ਨੂੰ ਦਸਮ ਗ੍ਰੰਥ ਵਿੱਚੋਂ ਬਾਹਰ ਕਿਹੜੀ ਦਲੀਲ ਨਾਲ ਅੱਡ ਕੀਤਾ ਜਾ ਸਕਦਾ ਹੈ। ਦਸਮ ਗ੍ਰੰਥ ਵਿੱਚ ਵੀ ਬ੍ਰਾਹਮਣੀ ਲਿਖਤਾਂ ਵਾਂਗ ਹੀ ਮਿਥਿਹਾਸਕ ਦੇਵੀਆਂ ਦੀ ਤਾਂ ਜੈ ਜੈਕਾਰ ਹੈ, ਪਰ ਆਪਣੀ ਮਾਂ ਭੈਣ ਨੂੰ ਸਾਰੇ ਗ੍ਰੰਥ ਵਿੱਚ ਕਿਸੇ ਇੱਕ ਥਾਂ ਵੀ ਚੰਗਾ ਨਹੀਂ ਕਿਹਾ ਗਿਆ, ਸਗੋਂ ਉਹਨਾਂ ਦੇ ਝੂਠੇ ਅਤੇ ਅਰਥਹੀਣ ਸੈਂਕੜੇ ਚਰਿੱਤਰ ਲਿਖ ਕੇ ਬਦਨਾਮੀ ਜ਼ਰੂਰ ਕੀਤੀ ਹੈ। ਠੰਡੇ ਦਿਲ ਨਾਲ ਵਿਚਾਰਨ ਦਾ ਵਿਸ਼ਾ ਹੈ
ਕਿ ਕੀ ਦਸਮ ਗ੍ਰੰਥ ਵੀ ਉਸੇ ਕੁਟਲ ਬ੍ਰਾਹਮਣ ਦੀ ਲਿਖਤ ਨਹੀਂ ਹੈ ਜਿਹੜਾ ਇਸਤਰੀ ਜਾਤੀ ਨੂੰ ਭੈ ਭੀਤ ਕਰਕੇ ਅੱਤ ਦਰਜੇ ਦੀ ਸਹਿੰਦੜ ਬਣਾਈ ਜਾ ਰਿਹਾ ਸੀ। ਬ੍ਰਾਹਮਣ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਹਨ। ਨੰਬਰ 1, ਇਸਤਰੀ ਜਾਤੀ ਦੀ ਬਦਨਾਮੀ ਕਰਨ ਵਾਲੀ ਆਪਣੀ ਯੋਜਨਾ 'ਤੇ ਗੁਰਮਤ ਦੀ ਮੋਹਰ ਲਵਾ ਲਈ। ਨੰਬਰ 2, ਗੁਰਮਤ ਦੇ ਨਿਰਮਲ ਅੰਮ੍ਰਿਤ ਸਰੋਵਰ ਨੂੰ ਵੀ ਗੰਧਲਾ ਕਰਨ ਵਾਲਾ ਰਲਾ ਸਫਲਤਾ ਨਾਲ ਪਾ ਦਿੱਤਾ। ਇਹਨਾਂ ਲਿਖਤਾਂ ਨੂੰ ਇੱਕਦਮ ਬ੍ਰਾਹਮਣ ਵੱਲ ਵਗਾਹ ਮਾਰਨਾ ਚਾਹੀਦਾ ਹੈ ਕਿ ਨਹੀਂ, ਇਸ ਬਾਰੇ ਵਿਚਾਰ ਕਰਨੀ ਅਤੇ ਆਪਣਾ ਨਿਰਣਾ ਲਿਖ ਕੇ ਪੰਥ ਦੇ ਸਰਬਰਾਹਾਂ ਨੂੰ ਭੇਜਣਾ ਹਰ ਗੁਰਸਿੱਖ ਦਾ ਧਰਮ ਬਣਦਾ ਹੈ। ਭਾਗ 11ਵਾਂ, ਵਿਚੋਲਾ ਵੀ ਬ੍ਰਾਹਮਣ ਹੀ। ਮਾਪਿਆਂ ਦੇ ਘਰ ਵਿੱਚ ਜਵਾਨ ਹੋ ਰਹੀ ਹਰ ਬੱਚੀ ਦੇ ਦਿਲ ਵਿੱਚ ਇਹ ਸੱਧਰ ਉੱਭਰਦੀ ਰਹਿੰਦੀ ਹੈ ਕਿ ਉਸ ਨੂੰ ਅਜਿਹਾ ਵਰ ਅਤੇ ਘਰ ਮਿਲ ਜਾਏ ਜਿੱਥੇ ਉਸ ਦਾ ਗ੍ਰਸਤੀ ਜੀਵਨ ਇੱਜ਼ਤ, ਮਾਣ ਅਤੇ ਸੁੱਖ ਨਾਲ ਬਤੀਤ ਹੋ ਸਕੇ, ਜਿੱਥੇ ਉਹ ਸੁਖੀ ਮਾਂ ਬਣ ਸਕੇ। ਕੁਦਰਤੀ ਗੱਲ ਹੈ ਕਿ ਮਾਪਿਆਂ ਨੂੰ ਜਵਾਨ ਹੋ ਰਹੀ ਆਪਣੀ ਪਿਆਰੀ ਬੱਚੀ ਦੀਆਂ ਸੱਧਰਾਂ ਪੂਰੀਆਂ ਕਰਨ ਦੀ ਚਿੰਤਾ ਹੁੰਦੀ ਹੈ। ਇਸ ਚਿੰਤਾ ਦਾ ਲਾਭ ਵੀ ਤਾਂ ਬ੍ਰਾਹਮਣ ਜੀ ਨੇ ਲੈਣਾ ਹੀ ਸੀ। ਗ੍ਰਸਤੀ ਜੀਵਨ ਵਾਲੇ ਪਾਸਿਓਂ ਵੀ ਇਸਤਰੀ ਜਾਤੀ ਉਸ ਦੇ ਹੀ ਰਹਿਮ ਕਰਮ 'ਤੇ ਹੋ ਜਾਵੇ। ਇਸਤਰੀ ਸਮਝ ਲਵੇ ਕਿ ਉਸ ਦੀ ਜ਼ਿੰਦਗੀ ਦਾ ਹਰ ਪੱਖ ਬ੍ਰਾਹਮਣ ਦੀ ਇੱਛਾ ਦੇ ਹੀ ਅਧੀਨ ਹੈ। ਲੜਕੀਆਂ ਲਈ ਵਰਦੀ ਭਾਲ ਦਾ ਅਤੇ ਵਿਆਹ ਕਰਨ ਦਾ ਕੰਮ ਵੀ ਬਿੱਪਰ ਜੀ ਨੇ ਆਪਣੇ ਹੱਥ ਵਿੱਚ ਲੈਣ ਦੀ ਯੋਜਨਾ ਬਣਾ ਲਈ। ਵਿਚੋਲਗੀ ਦੀ ਜ਼ਿੰਮੇਵਾਰੀ ਸਾਂਭ ਲੈਣ ਵਾਸਤੇ ਵੀ ਧਾਰਮਿਕ ਮੋਹਰ ਲਵਾ ਲੈਣੀ ਹੀ ਲਾਹੇਵੰਦ ਸਮਝੀ ਗਈ। ਨੰਬਰ 1, ਸ਼ਿਵ ਪੁਰਾਣ ਪੁਰਾਬਾਰਧ ਖੰਡ 3 ਅਧਿਆਏ 16 ਵਿੱਚ ਲਿਖਿਆ ਹੈ ਕਿ ਪਾਰਬਤੀ ਗਿਰਜਾ ਭਵਾਨੀ ਵਾਸਤੇ ਰਿਸ਼ਤਾ ਲੱਭਣ ਲਈ ਬ੍ਰਾਹਮਣ ਨੂੰ ਹੀ ਕਿਹਾ ਗਿਆ ਸੀ। ਉਹ ਪਹਿਲਾਂ ਇੰਦਰਪੁਰੀ ਵਿੱਚ ਗਿਆ, ਪਰ ਇੰਦਰ ਗਿਰਜਾ ਨਾਲ ਸ਼ਾਦੀ ਕਰਾਉਣੀ ਨਾ ਮੰਨਿਆ। ਫਿਰ ਪ੍ਰੋਹਤ ਜੀ ਅਗਨੀ ਲੋਕ ਵਿੱਚ ਗਏ, ਪਰ ਅਗਨ ਦੇਵਤਾ ਨੇ ਵੀ ਸਿਰ ਫੇਰ ਦਿੱਤਾ। ਕਈ ਦੇਵਤਿਆਂ ਕੋਲ ਖੱਜਲ ਖੁਆਰ ਹੋਣ ਉਪਰੰਤ ਬ੍ਰਾਹਮਣ ਵਿਚੋਲਾ ਵਿਸ਼ਨੂੰ ਕੋਲ ਗਿਆ। ਵਿਸ਼ਨੂੰ ਜੀ ਨੇ ਵੀ ਨਾਂਹ ਕਰ ਦਿੱਤੀ। ਆਖਰ ਬ੍ਰਾਹਮਣ ਕੈਲਾਸ਼ ਪਰਬਤ 'ਤੇ ਪੁੱਜਾ ਤੇ ਸ਼ਿਵ ਜੀ ਨਾਲ ਗਿਰਜਾ ਅਥਵਾ ਪਾਰਬਤੀ ਦਾ ਨਾਤਾ ਜੋੜਿਆ। ਸ਼ਿਵ ਪੁਰਾਣ ਵਿੱਚ ਸ਼ਿਵ ਜੀ ਦੀ ਸ਼ਾਦੀ ਦਾ ਹੋਰ ਹਾਲ ਬੜੇ ਵਿਸਥਾਰ ਨਾਲ ਲਿਖਣ ਦੇ ਨਾਲ ਇਹ ਵੀ ਲਿਖਿਆ ਹੈ ਕਿ ਸ਼ਿਵ ਦਾ ਵਿਆਹ ਬ੍ਰਹਮਾ ਨੇ ਕਰਾਇਆ ਸੀ ਅਤੇ ਗਿਰਜਾ ਨੂੰ ਗ੍ਰਸਤ ਜੀਵਨ ਦੀ ਸਿੱਖਿਆ ਬ੍ਰਾਹਮਣੀਆਂ ਨੇ ਦਿੱਤੀ ਸੀ। ਨੰਬਰ 2, ਭਾਗਵਤ ਪੁਰਾਣ ਸਕੰਦ ਨੰਬਰ 10 ਅਧਿਆਏ 53 ਵਿੱਚ ਰੁਕਮਣੀ ਨੂੰ ਕ੍ਰਿਸ਼ਨ ਜੀ ਨਾਲ ਮੇਲ ਕਰਾਉਣ ਦਾ ਪੁੰਨ ਖੱਟਣ ਵਾਲੇ ਬ੍ਰਾਹਮਣ ਦੀ ਗਾਥਾ ਬੜੇ ਵਿਸਥਾਰ ਨਾਲ ਲਿਖੀ ਹੈ। ਕ੍ਰਿਸ਼ਨ ਜੀ ਦੀਆਂ ਸ਼ਾਦੀਆਂ ਵੇਦ ਰੀਤੀ ਨਾਲ ਬ੍ਰਾਹਮਣ ਕਰਾਉਂਦਾ ਥਾਂ ਥਾਂ ਦਰਸਾਇਆ ਗਿਆ ਹੈ। ਸਵੰਬਰ ਭਾਵੇਂ ਰਾਮ ਜੀ ਦੇ ਜਿੱਤਣ ਤੇ ਭਾਵੇਂ ਲੋੜ ਅਨੁਸਾਰ ਕ੍ਰਿਸ਼ਨ ਜੀ ਜਿੱਤ ਲੈਣ, ਵਿਆਹ ਦੀ ਰਸਮ ਬ੍ਰਾਹਮਣ ਹੀ ਕਰਾਉਂਦਾ ਦਰਸਾਇਆ ਗਿਆ ਹੈ। ਨੰਬਰ 3, ਸ੍ਰੀ ਰਾਮ ਚੰਦਰ ਜੀ ਦਾ ਸੀਤਾ ਜੀ ਨਾਲ ਸੰਜੋਗ ਜੋੜਨ ਵਾਲਾ ਵੀ ਬ੍ਰਹਮ ਰਿਸ਼ੀ ਵਿਸ਼ਵਾਮਿੱਤਰ ਹੀ ਹੈ। ਨਹੀਂ ਤਾਂ ਜਨਕ ਤਾਂ ਉਹਨਾਂ ਨੂੰ ਜਾਣਦਾ ਸਿਆਣਦਾ ਤੱਕ ਨਹੀਂ ਸੀ। ਨੰਬਰ 4, ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਨੇ ਆਪਣੀ ਪੁਸਤਕ ਗੁਰਮਤਿ ਰਹਿਤ ਮਰਜ਼ਾਦਾ ਦੇ ਆਨੰਦ ਸੰਸਕਾਰ ਲੇਖ ਵਿੱਚ ਬ੍ਰਾਹਮਣ ਦੀ ਵਿਚੋਲਗੀ ਵਾਲੀ ਗੱਲ ਵੀ ਲਿਖੀ ਹੈ ਅਤੇ ਪੁਸਤਕ ਦੇ 143 ਸਫ਼ੇ 'ਤੇ ਵੇਦਾਂ ਦੀ ਲਿਖਤ ਦਾ ਹਵਾਲਾ ਦੇ ਕੇ ਇਹ ਵੀ ਲਿਖਿਆ ਹੈ ਕਿ ਲਾਵਾਂ ਵੇਦਾਂ ਦੇ ਦੁਆਲੇ ਲਈਆਂ ਜਾਣ, ਪਰ ਜੇ ਵੇਦ ਨਾ ਹੋਵੇ ਤਾਂ ਬ੍ਰਾਹਮਣ ਨੂੰ ਵਿੱਚ ਬਿਠਾ ਕੇ ਉਸ ਦੀਆਂ ਪਰਿਕਰਮਾ ਕਰੋ ਜਾਂ ਫਿਰ ਅੱਗ ਦੁਆਲੇ ਫੇਰੇ ਲਓ। ਭਾਵ ਪ੍ਰੋਹਤ ਨੂੰ ਧਾਰਮਿਕ ਤੌਰ 'ਤੇ ਵਿਚੋਲਾ ਮੰਨ ਲਿਆ ਗਿਆ। ਮਾਪਿਆਂ ਵਿੱਚ ਆਪਣੇ ਬੱਚਿਆਂ ਲਈ ਵਰ ਲੱਭਣ ਦੀ ਹਿੰਮਤ ਹੀ ਨਾ ਰਹੀ। ਸ਼ਗਨ ਅਪਸ਼ਗਨ ਅਤੇ ਚੰਗੇ ਮਾੜੇ ਮਹੂਰਤਾਂ ਦਾ ਭਰਮ ਲੋਕਾਂ ਦੇ ਦਿਲਾਂ ਵਿੱਚ ਬ੍ਰਾਹਮਣ ਨੇ ਪਹਿਲਾਂ ਹੀ ਪਾ ਦਿੱਤਾ ਹੋਇਆ ਸੀ। ਸੰਜੋਗ ਜੋੜਨ ਦੀ ਸਾਰੀ ਸ਼ਕਤੀ ਬ੍ਰਾਹਮਣ ਦੇ ਦੁਆਰੇ 'ਤੇ ਆ ਹਾਜ਼ਰ ਹੋਈ। ਕਿਸੇ ਵੀ ਬੱਚੀ ਦਾ ਰਿਸ਼ਤਾ ਬ੍ਰਾਹਮਣ ਦੀ ਪੱਤਰੀ ਦੀ ਫੀਸ ਭਰਨ ਤੋਂ ਬਿਨਾਂ ਅਥਵਾ ਬ੍ਰਾਹਮਣ ਦੀ ਮਰਜ਼ੀ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਲੋਕਾਂ ਦੇ ਮਨਾਂ ਵਿੱਚ ਇਹ ਭਰਮ ਪੱਕਾ ਬਣ ਗਿਆ ਕਿ ਪ੍ਰੋਹਤ ਜੀ ਦੇ ਮੂੰਹ ਵਿੱਚੋਂ ਨਿਕਲਦਿਆਂ ਹੀ ਧੀ ਪਰਾਈ ਹੋ ਜਾਂਦੀ ਹੈ। ਬ੍ਰਾਹਮਣ ਦੇ ਫੈਸਲੇ 'ਤੇ ਕਿੰਤੂ ਕਰਨ ਦਾ ਅਰਥ ਧੀ ਨੂੰ ਦੂਜਾ ਖਸਮ ਕਰਾਉਣ ਦੀ ਭੈੜੀ ਗਾਲ ਸਮਝਿਆ ਜਾਣ ਲੱਗ ਪਿਆ ਸੀ। ਗੁਰ ਇਤਿਹਾਸ ਵਿੱਚ ਵੀ ਬ੍ਰਾਹਮਣ ਦੀ ਵਿਚੋਲਗੀ ਦੀ ਅਜਿਹੀ ਸਾਖੀ ਆਉਂਦੀ ਹੈ।
ਲਾਹੌਰ ਦਾ ਵਾਸੀ ਦੀਵਾਨ ਚੰਦੂ ਸ਼ਾਹ ਦਿੱਲੀ ਦਰਬਾਰ ਵਿੱਚ ਸਰਕਾਰੀ ਅਹਿਲਕਾਰ ਸੀ। ਚੰਦੂ ਦੀ ਕੁੱਲ ਦਾ ਪੁਰੋਹਿਤ ਚੰਦੂ ਦੀ ਬੇਟੀ ਦੇ ਰਿਸ਼ਤੇ ਦੀ ਭਾਲ ਵਿੱਚ ਸੀ। ਗੁਰੂ ਘਰ ਦੀ ਵਡਿਆਈ ਸੁਣ ਕੇ ਅੰਮ੍ਰਿਤਸਰ ਪੁੱਜਾ ਅਤੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਉਹਨਾਂ ਨੂੰ ਚੰਦੂ ਦੀ ਲੜਕੀ ਦਾ ਵਾਰ ਟਿਕ ਕੇ ਸ਼ਗਨ ਦੇਣ ਲਈ ਦਿੱਲੀ ਪਰਤ ਗਿਆ। ਚੰਦੂ ਨਾਲ ਗੱਲ ਕੀਤੀ ਤਾਂ ਉਸ ਨੇ ਇਸ ਰਿਸ਼ਤੇ ਨੂੰ ਨਾਪਸੰਦ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਸ਼ਾਨ ਵਿਰੁੱਧ ਕੋ ਬਚਨ ਬੋਲੇ, ਪਰ ਚੰਦੂ ਬ੍ਰਾਹਮਣ ਦੇ ਫੈਸਲੇ ਨੂੰ ਰੱਦ ਨਹੀਂ ਸੀ ਕਰ ਸਕਦਾ। ਇਸ ਲਈ ਸ਼ਗਨ ਭੇਜਣ ਦੀ ਤਿਆਰੀ ਕਰਨ ਲੱਗ ਪਿਆ। ਗੁਰੂ ਘਰ ਦੀ ਸ਼ਾਨ ਵਿਰੁੱਧ ਬੋਲੇ ਹੋਏ ਚੰਦੂ ਦੇ ਬਚਨ ਦਿੱਲੀ ਦੀ ਸੰਗਤ ਕੋਲ ਪੁੱਜ ਗਏ ਤਾਂ ਉਹਨਾਂ ਬੁਰਾ ਮਨਾਇਆ। ਸੰਗਤ ਨੇ ਚਿੱਠੀ ਰਾਹੀਂ ਪੰਚਮ ਪਾਤਸ਼ਾਹ ਦੀ ਸੇਵਾ ਵਿੱਚ ਬੇਨਤੀ ਕਰ ਘੱਲੀ ਕਿ ਅਜਿਹੇ ਹੰਕਾਰੀ ਆਦਮੀ ਦਾ ਰਿਸ਼ਤਾ ਗੁਰੂ ਘਰ ਮਨਜ਼ੂਰ ਨਾ ਕਰੇ। ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਉਸ ਚਿੱਠੀ ਦਾ ਵਰਣਨ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਉਂ ਕੀਤਾ ਹੈ। ਲਿਖ ਤੁਮ ਸਭ ਦਿੱਲੀ ਕੀ ਸੰਗਤ, ਸਤਿਗੁਰ ਕੇ ਸਨਮੁਖ ਅਰਦਾਸ, ਸ਼ਾਹ ਦੀਵਾਨ ਸੁਤਾ ਕੋ ਨਾਤਾ, ਬਜਿਓ ਇਹ ਤੁਮਾਰੇ ਪਾਸ। ਆਪ ਹੰਕਾਰੀ ਬਨਿਓ ਚੋਬਾਰਾ, ਤੁਮੇ ਕਹਿਓ ਮੋਰੀ ਸੰਕਾਸ। ਬਿਨ ਸ਼ਰਧਾ ਤੇ ਮੂਰਖ ਬੋਲਿਓ, ਅਤੇ ਆਦਿਕ ਨਿੰਦਾ ਕਰ ਹਾਸ। ਹਮਕੋ ਨਹਿ ਸੁਖਾਏ ਤਿਹ ਕਹਿਬੋ, ਬਸ ਨਹਿ ਚਲਿਓ ਕਿਉ ਬਿਰਤੰਤ। ਪਠਿਓ ਦੂਤ ਤੁਰਨ ਚਲ ਪਹੁੰਚੋ, ਜਾਬਲੋਂ ਬਿਪਰ ਨ ਤਿਲਕ ਕਡੰਤ। ਤਬਲੋ ਸੁਧ ਦੇਹੋ ਸ੍ਰੀ ਸਤਿਗੁਰ ਕੋ, ਜਤਾ ਦਸ਼ਟ ਜਾਣੇ ਭਗਵੰਤ। ਗ੍ਰੰਥ ਦੀ ਅਗਲੀ ਲਿਖਤ ਅਨੁਸਾਰ ਦਿੱਲੀ ਦੀ ਸੰਗਤ ਦੇ ਇਸ ਫੈਸਲੇ ਦਾ ਸਤਿਕਾਰ ਕਰਦਿਆਂ ਗੁਰੂ ਜੀ ਨੇ ਲੜਕੀ ਦਾ ਰਿਸ਼ਤਾ ਨਾ ਰੱਖਿਆ। ਚੰਦੂ ਗੁਰੂ ਘਰ ਦਾ ਦੁਸ਼ਮਣ ਬਣ ਗਿਆ। ਸਾਖੀ ਵਿਚਲੀ ਇੰਨੀ ਗੱਲ ਨਾਲ ਹੀ ਸਾਡਾ ਵਾਸਤਾ ਹੈ ਕਿ ਚੰਦੂ ਨਾ ਚਾਹੁੰਦਾ ਹੋਇਆ ਵੀ ਆਪਣੀ ਸਰਕਾਰੀ ਪਦਵੀ ਦੀ ਸ਼ਕਤੀ ਨੂੰ ਬ੍ਰਾਹਮਣ ਦੇ ਫੈਸਲੇ ਦੇ ਵਿਰੁੱਧ ਨਹੀਂ ਸੀ ਵਰਤ ਸਕਦਾ ਅਤੇ ਉਸ ਹੰਕਾਰੀ ਨੇ ਆਪਣੀ ਧੀ ਦਾ ਰਿਸ਼ਤਾ ਸਾਹਿਬਜ਼ਾਦਾ ਜੀ ਨਾਲ ਹੋ ਚੁੱਕਾ ਹੀ ਮੰਨ ਲਿਆ ਸੀ ਅਤੇ ਸ਼ਗਨ ਭੇਜ ਦਿੱਤਾ ਸੀ। ਪੁਰੋਹਿਤ ਜੀ ਨੇ ਰਿਸ਼ਤੇ ਜੋੜਨ ਦੇ ਇਸ ਅਧਿਕਾਰ ਦਾ ਦੁਰਉਪਯੋਗ ਵੀ ਰੱਜ ਕੇ ਕੀਤਾ। ਇਸ ਨੂੰ ਮਾਇਆ ਦੀ ਲੁੱਟ ਦਾ ਘਿਣਾਵਣਾ ਸਾਧਨ ਬਣਾ ਲਿਆ ਅਤੇ ਕਈ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਇੱਕ ਪਾਸੇ ਤਾਂ ਲੜਕੇ ਵਾਲੇ ਮਾਇਆ ਨਾਲ ਝੋਲੀ ਭਰ ਕੇ ਬਿੱਪਰ ਜੀ ਦੇ ਦੁਆਰੇ ਜਾ ਹਾਜ਼ਰ ਹੁੰਦੇ, ਪੁਰੋਹਿਤ ਜੀ ਮੇਰਾ ਕਾਕਾ ਅੱਖਾਂ ਤੋਂ ਜ਼ਰਾ ਕਮਜ਼ੋਰ ਹੈ। ਦੂਜੇ ਨੇ ਕਹਿਣਾ ਮੇਰੇ ਲੜਕੇ ਨੂੰ ਜ਼ਰਾ ਝੋਲੇ ਦੀ ਕਸਰ ਹੈ। ਮੇਰੇ ਜਿਗਰ ਦੇ ਟੋਟੇ ਦੀ ਇੱਕ ਲੱਤ ਨਿੱਕੇ ਹੁੰਦੇ ਹੀ ਖਲੋ ਗਈ ਸੀ। ਸਾਡੇ ਸੁੱਖੀ ਲੱਦੇ ਗੰਜੇ ਨੀਗਰ ਦਾ ਦੂਜਾ ਜਾਂ ਕਈ ਵਾਰ ਚੌਥਾ ਵਿਆਹ ਕਰਨਾ ਪੈਣਾ ਹੈ। ਧੌਲਿਆਂ ਨੂੰ ਕਾਲੇ ਕਰ ਲਵਾਂਗੇ। ਆਹ ਫੜੋ ਪੇਸ਼ਗੀ ਅਤੇ ਸੋਹਣੀ ਸੁਨੱਖੀ ਤੇ ਸੁਘੜ ਗੱਲ ਕੀ ਅਜਿਹੀ ਨੂੰ ਲੱਭ ਕੇ ਦਿਓ ਜਿਹੜੀ ਮੇਰੇ ਵਿਹੜੇ ਦਾ ਸ਼ਿੰਗਾਰ ਹੋਵੇ। ਤੁਹਾਡਾ ਮੂੰਹ ਮੋਤੀਆਂ ਨਾਲ ਭਰ ਦੇਵਾਂਗੇ। ਇਸੇ ਤਰ੍ਹਾਂ ਧੀਆਂ ਵਾਲਿਆਂ ਨੇ ਵੀ ਪੁਰੋਹਿਤ ਜੀ ਦੇ ਚਰਨ ਜਾ ਫੜਨੇ। ਸਾਡੀ ਬੱਚੀ ਜਰਾ ਸਿੱਧੜ ਅਰਧ ਪਾਗਲ ਹੈ, ਲੱਤੋਂ ਲੰਗੀ ਹੈ, ਮਿਰਗੀ ਦੀ ਬਿਮਾਰੀ ਹੈ, ਇੱਕ ਅੱਖ ਜਰਾ ਬੈਠੀ ਹੋਈ ਹੈ। ਇਸ ਨੂੰ ਆਪਣੀ ਹੀ ਧੀ ਸਮਝ ਕੇ ਕੋਈ ਚੰਗਾ ਸੁਨੱਖਾ ਤੇ ਪੜ੍ਹਿਆ ਲਿਖਿਆ ਰੱਜੇ ਪੁੱਜੇ ਚੰਗੇ ਘਰ ਗੁਜ਼ਾਰੇ ਵਾਲਾ ਨੀਂਗਰ ਲੱਭ ਦਿਓ। ਆਹ ਕਾਲੀ ਗਊ ਮਗਰ ਵੱਛਾ ਅਤੇ ਮਿਸ਼ਰਾਣੀ ਲਈ ਜੜਾਊ ਕੰਗਣ ਐਵੇਂ ਨਾਮ ਮਾਤਰ ਪੇਸ਼ਗੀ ਸਮਝ ਲਵੋ। ਵਿਆਹ ਹੁੰਦਿਆਂ ਹੀ ਜੋ ਮੂੰਹੋਂ ਮੰਗੋਗੇ ਹੱਥ ਬੰਨ੍ਹ ਕੇ ਹਾਜ਼ਰ ਕਰਾਂਗੇ। ਹਰ ਇੱਕ ਨੇ ਆਪਣੇ ਬੱਚੇ ਦੀ ਨਵੀਂ ਤੋਂ ਨਵੀਂ ਬਿਮਾਰੀ ਦੱਸ ਕੇ ਅੱਡੋ ਅੱਡਰਾ ਮੁੱਲ ਪਾ ਕੇ ਸੌਦਾ ਮੁਕਾ ਲੈਣਾ। ਦਾਨ ਪ੍ਰਥਾ ਦੀ ਕਿਰਪਾ ਦੇ ਕਾਰਨ ਭੜਕੀ ਹੋਈ ਤ੍ਰਿਸ਼ਨਾ ਅਗਨੀ ਵਾਲੇ ਇਸ ਧਿੰਗਾਣੇ ਦੇ ਵਿਚੋਲੇ ਦੇ ਕੀਤੇ ਹੋਏ ਨਰੜਾਂ ਦੇ ਕਾਰਨ ਕਈ ਜ਼ਿੰਦਗੀਆਂ ਤਬਾਹ ਹੋਈਆਂ ਅਤੇ ਕਈ ਘਰ ਬਰਬਾਦ ਹੋਏ। ਭਾਵੇਂ ਸਿੱਖ ਜਗਤ ਬਿੱਪਰ ਦੀ ਵਿਚੋਲਗੀ ਤੋਂ ਲਗਭਗ ਛੁਟਕਾਰਾ ਪਾ ਚੁੱਕਾ ਹੈ, ਪਰ ਅੱਜ ਵੀ ਕਈ ਥਾਈਂ ਬ੍ਰਾਹਮਣ ਦੀ ਪੱਤਰੀ ਪ੍ਰਧਾਨ ਬਣੀ ਵੇਖਣ ਵਿੱਚ ਆ ਜਾਂਦੀ ਹੈ। ਭਾਗ 12ਵਾਂ ਦਾਨ ਪ੍ਰਥਾ ਅਤੇ ਕੰਨਿਆ ਦਾਨ ਭਰਮ ਦੇ ਹੋਰ ਕਾਰੇ। ਦਾਨ ਪ੍ਰਥਾ ਦੇ ਕਾਰਨ ਮਾਇਆ ਦੇ ਹੜ ਦਾ ਮੂੰਹ ਮੰਦਰਾਂ ਵੱਲ ਨੂੰ ਪਹਿਲਾਂ ਹੀ ਮੁੜ ਚੁੱਕਾ ਸੀ। ਹੁਣ ਮਾਪਿਆਂ ਨੇ ਆਪਣੀਆਂ ਸੁੰਦਰ ਧੀਆਂ ਨੂੰ, ਕਿਉਂਕਿ ਭਗਵਾਨ ਪ੍ਰਤੀ ਬਣੀ ਸ਼ਰਧਾ ਪਿਤਾ ਕੋਲੋਂ ਉਹੀ ਬੱਚੀ ਭੇਟਾ ਕਰਵਾਉਂਦੀ ਸੀ ਜਿਹੜੀ ਦੂਜਿਆਂ ਨਾਲੋਂ ਵੱਧ ਸੁੰਦਰ ਤੇ ਸੁਸ਼ੀਲ ਹੁੰਦੀ ਸੀ, ਠਾਕਰਾਂ ਨਾਲ ਵਿਆਹੁਣਾ ਕਲਿਆਣ ਦਾ ਸਾਧਨ ਬਣਾ ਲਿਆ ਸੀ। ਮਾਇਆ ਦੇ ਢੇਰਾਂ ਨਾਲ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਬੱਚੀਆਂ ਮੰਦਰਾਂ ਵਿੱਚ ਪੂਜਣ ਲੱਗ ਪਈਆਂ।
ਵਾਧੂ ਧਨ ਨੂੰ ਬਿੱਪਰ ਜੀ ਨੇ ਦੇਵਤਿਆਂ ਦੀਆਂ ਮੂਰਤੀਆਂ ਦੇ ਢਿੱਡ ਵਿੱਚ ਪਾ ਕੇ ਸਾਂਭਣਾ ਠੀਕ ਸਮਝ ਲਿਆ। ਦੇਸ਼ ਦਾ ਧਨ ਅਤੇ ਹੁਸਨ ਮੰਦਰਾਂ ਵਿੱਚ ਆ ਜੁੜਿਆ। ਧਨ ਤੇ ਹੁਸਨ ਦੀਆਂ ਸੋਹਾਂ ਸੁਣ ਕੇ ਅਫਗਾਨ ਅਤੇ ਦੁਰਾਨੀ ਲੁਟੇਰਿਆਂ ਦੇ ਹਮਲੇ ਹੋਣੇ ਆਰੰਭ ਹੋ ਗਏ। ਭਾਰਤੀ ਮਨੁੱਖ ਦੀ ਅਣਖ, ਸਵੈਮਾਣ ਅਤੇ ਬਹਾਦਰੀ ਦਾ ਭੋਗ ਤਾਂ ਬ੍ਰਾਹਮਣ ਨੇ ਪਹਿਲਾਂ ਹੀ ਪਾ ਦਿੱਤਾ ਹੋਇਆ ਸੀ। ਡਾਕੂਆਂ ਦਾ ਮੁਕਾਬਲਾ ਕੌਣ ਕਰਦਾ? ਖੁੱਲ੍ਹੀ ਲੁੱਟ ਹੁੰਦੀ ਅਤੇ ਲੋਕਾਂ ਦਾ ਮਾਲ ਧਨ ਅਤੇ ਹੱਥ ਲੱਗੀਆਂ ਬਹੂ ਬੇਟੀਆਂ ਮੁਸਲਮਾਨੀ ਦੇਸ਼ਾਂ ਵਿੱਚ ਪੁੱਜਣ ਲੱਗ ਪਈਆਂ। ਮਹਿਮੂਦ ਗਜ਼ਨਵੀ ਦੇ ਹਮਲੇ ਬੜੇ ਪ੍ਰਸਿੱਧ ਹਨ। ਉਸ ਨੂੰ ਸੂਹ ਲੱਗ ਗਈ ਕਿ ਮੰਦਰਾਂ ਵਿੱਚ ਬੇਅੰਤ ਧਨ ਹੈ ਅਤੇ ਦੇਸ਼ ਦੀਆਂ ਸੁਨੱਖੀਆਂ ਬੇਟੀਆਂ ਵੀ ਝੁੰਡਾਂ ਦੇ ਝੁੰਡ ਹਨ। ਉਸ ਨੇ ਮੰਦਰ ਲੁੱਟਣੇ ਅਤੇ ਮੂਰਤੀਆਂ ਤੋੜਨੀਆਂ ਆਰੰਭ ਕਰ ਦਿੱਤੀਆਂ। ਮੰਦਰ ਲੁੱਟਣ ਦਾ ਏਡਾ ਸਵਾਦ ਪਿਆ ਕਿ ਸੰਨ 1024 ਵਿੱਚ ਉਸ ਨੇ ਸੋਮਨਾਥ ਦੇ ਮੰਦਰ ਨੂੰ ਜਾ ਲੁੱਟਿਆ, ਅਰਥਾਤ ਅਫਗਾਨਿਸਤਾਨ ਤੋਂ ਤੁਰ ਕੇ ਹਜ਼ਾਰਾਂ ਮੀਲ ਦੇਸ਼ ਦੇ ਅੰਦਰ ਜੂਨਾਗੜ੍ਹ ਦੇ ਰਾਜ ਵਿੱਚ ਸਮੁੰਦਰ ਦੇ ਕੰਢੇ 'ਤੇ ਦਗੜ ਦਗੜ ਕਰਦਾ ਜਾ ਪੁੱਜਾ। ਪਰ ਦੇਸ਼ ਵਾਸੀਆਂ ਨੇ ਉਸ ਦੇ ਰਾਹ ਵਿੱਚ ਰੋਕ ਪਾ ਸਕਣ ਦੀ ਹਿੰਮਤ ਨਾ ਕੀਤੀ। ਮੰਦਰ ਵਿੱਚ ਬਣੀ 5 ਗਜ ਉੱਚੀ ਸ਼ਿਵ ਦੀ ਮੂਰਤੀ ਨੂੰ ਤੋੜ ਕੇ ਉਸ ਦੇ 4 ਟੋਟੇ ਕੀਤੇ। 2 ਟੋਟੇ ਉਸ ਨੇ ਮੱਕੇ ਅਤੇ ਮਦੀਨੇ ਦੀਆਂ ਪੌੜੀਆਂ ਵਿੱਚ ਲਾਉਣ ਲਈ ਭੇਜ ਦਿੱਤੇ ਅਤੇ 2 ਟੋਟੇ ਗਜ਼ਨੀ ਭੇਜੇ, ਜਿੱਥੇ ਇੱਕ ਮਸਜਿਦ ਦੀ ਪੌੜੀ ਵਿੱਚ ਅਤੇ ਦੂਜਾ ਸ਼ਿਵ ਮੂਰਤੀ ਦਾ ਟੁਕੜਾ ਕਚਹਿਰੀ ਦੀ ਪੌੜੀ ਵਿੱਚ ਜੜਿਆ ਗਿਆ। ਮੰਦਰ ਦੇ 56 ਥੰਮਲੇ ਸੋਨੇ ਦੇ ਮੋਟੇ ਪੱਤਰਿਆਂ ਅਤੇ ਰਤਨਾਂ ਨਾਲ ਮੜੇ ਹੋਏ ਸਨ। 200 ਮਣ ਸੋਨੇ ਦਾ ਜੰਜੀਰ ਛੱਤ ਨਾਲ ਲਟਕਦਾ ਸੀ, ਜਿਸ ਨਾਲ ਘੰਟਾ ਬੱਧਾ ਹੋਇਆ ਸੀ। ਉਸ ਹਮਲੇ ਸਮੇਂ ਕੀਤੀ ਲੁੱਟ ਦੀਆਂ 3000 ਤੋਂ ਵੱਧ ਹੁਸੀਨ ਭਾਰਤੀ ਕੰਨਿਆਵਾਂ ਅਤੇ ਗੱਡਿਆਂ ਦਾ ਲੱਦ ਧਨ ਲੈ ਕੇ ਆਪਣੇ ਦੇਸ਼ ਨੂੰ ਆਰਾਮ ਨਾਲ ਪਰਤ ਗਿਆ। ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਤੋਂ ਵੱਧ ਲੜਕੀਆਂ ਮੰਦਰਾਂ ਦੀ ਕਿਰਪਾ ਨਾਲ ਦੇਸ਼ੋਂ ਪਰਦੇਸ ਹੋਈਆਂ। ਅਰਬ, ਇਰਾਕ ਤੱਕ ਸਾਰੇ ਮੁਸਲਮਾਨ ਦੇਸ਼ਾਂ ਦੀਆਂ ਮੰਡੀਆਂ ਵਿੱਚ ਭਾਰਤੀ ਅਣਖ ਭਾਵ ਦੇਸ਼ ਦੀ ਬੱਚੀ ਟਕੇ ਟਕੇ ਨੂੰ ਨਿਲਾਮ ਹੋ ਕੇ ਜਰਵਾਣਿਆਂ ਦੇ ਜ਼ੁਲਮਾਂ ਦਾ ਸ਼ਿਕਾਰ ਬਣੀ। ਇਹ ਸਾਰਾ ਅਨਰਥ ਅਤੇ ਘੋਰ ਪਾਪ ਦਾਨ ਅਤੇ ਭੋਗ ਲਾਉਣ ਦੀ ਪ੍ਰਥਾ ਦੇ ਕਾਰਨ ਹੁੰਦਾ ਰਿਹਾ। ਇਸ ਦਾਨ ਪ੍ਰਥਾ ਨੇ ਸਾਡੀ ਇੰਨੀ ਮੱਤ ਮਾਰੀ ਕਿ ਅੱਜ ਤਾਈਂ ਅਸੀਂ ਇਹ ਨਹੀਂ ਸਮਝ ਸਕੇ ਕਿ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਵਾਲਾ ਔਲਾਦ, ਅਰੋਗਤਾ, ਧਨ ਦੌਲਤ ਅਥਵਾ ਸੁਰਗਾਂ ਦੀਆਂ ਬਖਸ਼ਿਸ਼ਾਂ ਕਰਨ ਵਾਲਾ ਅਲੋਕਾਰ ਸ਼ਕਤੀਆਂ ਦਾ ਮਾਲਕ ਸਾਡਾ ਦੇਵੀ ਦੇਵਤਾ ਕੀ ਅਤੇ ਆਪਣੇ ਵਾਸਤੇ ਇੱਕ ਘਰ ਵੀ ਨਹੀਂ ਬਣਾ ਸਕਦਾ ਕਿ ਰੱਬ ਦਾ ਘਰ ਵੀ ਬੰਦਾ ਹੀ ਬਣਾਉਂਦਾ ਹੈ। ਅਤੇ ਫਿਰ ਜਿਸ ਗੁਰੂ ਦੇਵਤਾ ਅਥਵਾ ਪਰਮਾਤਮਾ ਕੋਲੋਂ ਆਪਣਾ ਹੀ ਘਰ ਨਹੀਂ ਬਣਦਾ, ਅਜਿਹਾ ਬੇਘਰਾ ਅਥਵਾ ਸ਼ਰਨਾਰਥੀ ਭਗਵਾਨ ਕਿਸੇ ਦਾ ਕੀ ਸਵਾਰ ਜਾਂ ਵਿਗਾੜ ਸਕਦਾ ਹੈ। ਗਰੀਬੀ ਕਾਰਨ ਜਿਸ ਮਨੁੱਖ ਦੇ ਆਪਣੇ ਬੱਚੇ ਭੁੱਖ ਨਾਲ ਵਿਲਕਦੇ ਅਤੇ ਨੰਗੇ ਧੜੰਗੇ ਗਲੀਆਂ ਫੁੱਟਪਾਥਾਂ 'ਤੇ ਰੁਲਦੇ ਫਿਰਦੇ ਹਨ, ਉਸ ਭੁੱਖੇ ਨੰਗੇ ਸ਼ਰਧਾਲੂ ਨੂੰ ਅਜੇ ਤੱਕ ਇਹ ਸੁਰਤ ਨਹੀਂ ਆਈ ਕਿ ਦੇਵਤੇ, ਗੁਰੂ, ਈਸ਼ਵਰ ਅਥਵਾ ਅੱਲਾ ਦਾ ਘਰ ਸੋਨੇ, ਚਾਂਦੀ, ਸੰਗਮਰਮਰ ਅਥਵਾ ਇੱਟਾਂ ਰੋੜਿਆਂ ਆਦਿ ਨਾਲ ਨਹੀਂ ਬਣਾਇਆ ਜਾ ਸਕਦਾ। ਰੱਬ ਦੇ ਘਰ ਬਣਾਉਣ ਵਾਲੇ ਅਜਿਹੇ ਉਦਮ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਸਤਿਗੁਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਹਾਜ਼ਰ ਹੋ ਕੇ ਇਹ ਪਤਾ ਕਰ ਲਈਏ ਕਿ ਈਸ਼ਵਰ ਪਰਮਾਤਮਾ, ਮੁਰਲੀ ਮਨੋਹਰ ਭਗਵਾਨ ਅਥਵਾ ਵਾਹਿਗੁਰੂ ਕਿਸ ਤਰ੍ਹਾਂ ਦੇ ਘਰ ਵਿੱਚ ਆਪਣਾ ਨਿਵਾਸ ਕਰਦਾ ਹੈ। ਫਿਰ ਉਸ ਦੇ ਅਨੁਕੂਲ ਉਸ ਦਾ ਮੰਦਰ ਜਾਂ ਘਰ ਬਣਾਉਂਦੇ। ਪਰ ਸਾਨੂੰ ਮੂਰਖਾਂ ਨੂੰ ਸਦਾ ਆਪਣੇ ਸਵਾਰਥ ਦੀ ਪਈ ਹੁੰਦੀ ਹੈ। ਅਜਿਹੀ ਅਸਲੀਅਤ ਦਾ ਪਤਾ ਕਰਨ ਦਾ ਵੇਲ ਸਾਨੂੰ ਕਿੱਥੇ ਹੈ। ਮਹਿਲ ਕੋ ਮਹਿਲ ਨਾ ਜਾਣਨੀ, ਮੂਰਖ ਆਪਣੇ ਸਵਾਏ, ਸ਼ਬਦ ਚੀਨੇ ਤਾਂ ਮਹਿਲ ਲਹੇ, ਜੋਤੀ ਜੋਤ ਸਮਾਏ, ਸਦਾ ਸੱਚੇ ਦਾ ਭਾਉ ਮਨ ਵਸੇ, ਤਾਂ ਸਭਾ ਸੋਝੀ ਪਾਏ, ਸਤਿਗੁਰ ਆਪਣੇ ਘਰ ਵਰਤਦਾ, ਆਪੇ ਲਏ ਮਿਲਾਏ, ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ, ਜਿਸ ਨੂੰ ਕਿਰਪਾ ਕਰੇ ਰਜਾਏ। ਪੰਨਾ 649। ਨੋਟ: ਪ੍ਰਭੂ ਦਾ ਘਰ, ਮਹਿਲ, ਤਖਤ, ਅਗਲੀ ਦਰਗਾਹ ਸੱਚਖੰਡ ਕਿੱਥੇ ਹੈ ਅਤੇ ਕਿਸ ਤਰ੍ਹਾਂ ਦਾ ਹੈ, ਇਹ ਜਾਣਨ ਲਈ ਪੜ੍ਹੋ ਇਸ ਪੁਸਤਕ ਮਾਲਾ ਦੇ 6ਵੇਂ ਭਾਗ ਦਾ ਚੌਥਾ ਕਾਂਡ। ਕਿਤਾਬ
ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪਹਿਲੇ ਕਾਂਡ ਦਾ 10ਵਾਂ, 11ਵਾਂ ਅਤੇ 12ਵਾਂ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।